ਸਤਿ ਸ੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੁਸੀਂ ਦੇਖ ਰਹੇ ਹੋ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਬੇਅਦਬੀਆਂ ਉੱਤੇ ਨਿਊਜ਼ 18 ਇੱਕ ਵੱਡਾ ਖੁਲਾਸਾ ਹੁਣ ਕਰਨ ਜਾ ਰਿਹਾ ਹੈ। ਸੀਬੀਆਈ ਅਦਾਲਤ ਪਹੁੰਚੀ ਹੈ ਤੇ ਸੀਬੀਆਈ ਦੇ ਵੱਲੋਂ ਦਾਖਲ ਕੀਤੀ ਗਈ ਪਟੀਸ਼ਨ ਦੀ ਉਹ ਕਾਪੀ ਸਾਡੇ ਕੋਲ ਮੌਜੂਦ ਹੈ ਤੇ ਇਸ ਪਟੀਸ਼ਨ ਦੇ ਵਿੱਚ ਲਿਖੇ ਗਏ 12 ਪੁਆਇੰਟਸ ਦੇ ਵਿੱਚ ਕੀ ਕੁਝ ਸੀਬੀਆਈ ਕਹਿ ਰਹੀ ਹੈ ਤੇ ਉਸ ਦੇ ਮਾਇਨੇ ਕੀ ਨੇ। ਕਿ ਸੀਬੀਆਈ ਦੇ ਵੱਲੋਂ ਜਾਂਚ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ ਕਿ ਜਾਂਚ ਸਹੀ ਤਰੀਕੇ ਨਾਲ ਅੱਗੇ ਵਧ ਰਹੀ ਹੈ ਕਿ ਬੇਅਦਬੀਆਂ ਦੇ ਮਾਮਲੇ ਦੇ ਵਿੱਚ ਜਲਦ ਸਾਨੂੰ ਇਨਸਾਫ ਮਿਲਣ ਜਾ ਰਿਹਾ ਹੈ ਜੋ ਸਿੱਖ ਸੰਗਤ ਇਨਸਾਫ ਦਾ ਇੰਤਜ਼ਾਰ ਕਰ ਰਹੀ ਹੈ। ਪਰ ਬੇਅਦਬੀਆਂ ਦੇ ਉੱਤੇ ਨਿਊਜ਼ 18 ਦੇ ਉੱਤੇ ਬਹੁਤ ਵੱਡਾ ਖੁਲਾਸਾ ਅਸੀਂ ਕਰਨ ਜਾ ਰਹੇ ਹਾਂ। ਤਫਤੀਸ਼ ਨੂੰ ਲੈ ਕੇ ਸਭ ਤੋਂ ਨਵਾਂ ਖੁਲਾਸਾ ਇਸ ਸਮੇਂ ਇਹ ਤੁਹਾਨੂੰ ਦੱਸ ਦਈਏ ਕਿ ਅਜੇ ਵੀ ਸੀਬੀਆਈ ਦੇ ਕੋਲ ਹੀ ਹੈ ਬੇਅਦਬੀਆਂ ਦੀ ਜਾਂਚ। ਸੀਬੀਆਈ ਨੇ ਜਾਂਚ ਨਹੀਂ ਸੌਂਪੀ ਹੈ ਪੰਜਾਬ ਪੁਲਿਸ ਜਾਂ ਐਸਆਈਟੀ ਨੂੰ। ਮੋਹਾਲੀ ਕੋਰਟ ਦੇ ਵਿੱਚ ਦਾਖਲ ਪਟੀਸ਼ਨ ਦੇ ਵਿੱਚ ਸੀਬੀਆਈ ਦੇ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਜਾਂਚ ਕਦੇ ਪੰਜਾਬ ਪੁਲਿਸ ਨੂੰ ਵਾਪਸ ਨਹੀਂ ਸੌਂਪੀ ਗਈ ਹੈ। ਸੀਬੀਆਈ ਕਹਿ ਰਹੀ ਹੈ ਅਦਾਲਤ ਪਹੁੰਚੀ ਹੈ ਸੀਬੀਆਈ, ਬੇਅਦਬੀਆਂ ਦੀ ਜਾਂਚ ਅਜੇ ਵੀ ਸਾਡੇ ਕੋਲ ਹੈ ਤੇ ਪੰਜਾਬ ਪੁਲਿਸ ਦੀ ਐਸਆਈਟੀ ਦੀ ਜਾਂਚ ਗੈਰ ਕਾਨੂੰਨੀ ਹੈ। ਧਿਆਨ ਦਿਵੋ ਸੀਬੀਆਈ ਕੀ ਕਹਿ ਰਹੀ ਹੈ ਕਿ ਜੋ ਪੰਜਾਬ ਪੁਲਿਸ ਦੀ ਐਸਆਈਟੀ ਇਸ ਸਮੇਂ ਜਾਂਚ ਕਰ ਰਹੀ ਹੈ ਬੇਅਦਬੀਆਂ ਦੇ ਮਾਮਲੇ ਦੇ ਵਿੱਚ ਉਹ ਜਾਂਚ ਗੈਰ ਕਾਨੂੰਨੀ ਹੈ। ਪੰਜਾਬ ਪੁਲਿਸ ਦੀ ਐਸਆਈਟੀ ਜਾਂਚ ਨਹੀਂ ਕਰ ਸਕਦੀ ਹੈ। ਸੀਬੀਆਈ ਕਹਿ ਰਹੀ ਹੈ ਅਦਾਲਤ ਦੇ ਵਿੱਚ ਉਹ ਦਸਤਾਵੇਜ਼ ਸਾਡੇ ਕੋਲ ਨੇ ਜੋ ਸੀਬੀਆਈ ਦੇ ਵੱਲੋਂ ਕਹੇ ਗਏ ਨੇ। ਅਸੀਂ ਤੁਹਾਡੀ ਟੀਵੀ ਸਕਰੀਨ ਤੇ ਤੁਹਾਨੂੰ ਦਿਖਾ ਰਹੇ ਹਾਂ। ਕੁਝ ਹੀ ਪਲਾਂ ਦੇ ਵਿੱਚ ਮੈਂ ਵੀ ਤੁਹਾਡੇ ਤੱਕ ਪਹੁੰਚਾਵਾਂਗਾ ਕਿ ਆਖਿਰ ਸੀਬੀਆਈ ਇਸ ਦੇ ਜ਼ਰੀਏ ਕੀ ਕੁਝ ਕਹਿਣਾ ਚਾਹੁੰਦੀ ਹੈ। ਪਰ ਬਹੁਤ ਵੱਡਾ ਖੁਲਾਸਾ ਜਾਂ ਕਹਿ ਸਕਦੇ ਹੋ ਕਿ ਬਹੁਤ ਵੱਡਾ ਦਾਅਵਾ ਸੀਬੀਆਈ ਦੇ ਵੱਲੋਂ ਕੀਤਾ ਜਾ ਰਿਹਾ ਹੈ। ਸੀਬੀਆਈ ਇਹ ਵੀ ਕਹਿ ਰਹੀ ਹੈ ਕਿ ਇੱਕੋ ਮਾਮਲੇ ਦੀਆਂ ਦੋ ਇਨਵੈਸਟੀਗੇਸ਼ਨ ਏਜੰਸੀਆਂ ਕਿਵੇਂ ਜਾਂਚ ਕਰ ਸਕਦੀਆਂ ਨੇ। ਇਹ ਕਾਨੂੰਨ ਦੇ ਖਿਲਾਫ ਹੈ, ਇਸ ਤਰੀਕੇ ਨਾਲ ਨਹੀਂ ਹੋ ਸਕਦਾ। ਹਾਲ ਹੀ ਦੇ ਵਿੱਚ 7 ਡੇਰਾ ਪ੍ਰੇਮੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਐਸਆਈਟੀ ਦੇ ਵੱਲੋਂ। ਇਸ ਪੂਰੇ ਮਾਮਲੇ 'ਚ 5 ਡੇਰਾ ਪ੍ਰੇਮੀਆਂ ਨੂੰ ਤਾਂ 2 ਦਿਨ ਦੀ ਰਿਮਾਂਡ ਦੇ ਉੱਤੇ ਰੱਖ ਕੇ ਹਾਲਾਂਕਿ ਉਹ ਹੁਣ ਨਿਆਇਕ ਹਿਰਾਸਤ ਦੇ ਵਿੱਚ ਨੇ ਤੇ ਉਸ ਤੋਂ ਬਾਅਦ 4 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਇੱਕ ਡੇਰਾ ਮੁਖੀ ਦਾ ਨਾਮ ਵੀ ਸ਼ਾਮਲ ਹੈ। ਡੇਰਾ ਸੱਚਾ ਸੌਦਾ ਦਾ ਮੁਖੀ ਗੁਰਮੀਤ ਰਾਮ ਰਹੀਮ ਦਾ ਨਾਮ ਵੀ ਸ਼ਾਮਲ ਹੈ ਤੇ ਇਸ ਪੂਰੇ ਮਾਮਲੇ 'ਚ ਐਸਆਈਟੀ ਅੱਗੇ ਇਨਵੈਸਟੀਗੇਸ਼ਨ ਵਧਾ ਰਹੀ ਹੈ। ਗ੍ਰਿਫਤਾਰੀਆਂ ਦੇ ਲਈ ਵਾਰੰਟ ਜਾਰੀ ਕਰਵਾਏ ਜਾ ਰਹੇ ਨੇ। ਪਰ ਸੀਬੀਆਈ ਕੀ ਕਹਿ ਰਹੀ ਹੈ? ਸੀਬੀਆਈ ਮੋਹਾਲੀ ਦੀ ਅਦਾਲਤ ਦੇ ਵਿੱਚ ਪਹੁੰਚਦੀ ਆਪਣੀ ਪਟੀਸ਼ਨ ਨੂੰ ਲੈ ਕੇ 10 ਤਰੀਕ ਨੂੰ ਯਾਨੀ ਕਿ ਕੱਲ ਇਸ ਪੂਰੇ ਮਾਮਲੇ ਦੇ ਵਿੱਚ ਸੁਣਵਾਈ ਹੋਣ ਜਾ ਰਹੀ ਹੈ ਤੇ ਸੀਬੀਆਈ ਇਸ ਪੂਰੇ ਮਾਮਲੇ ਦੇ ਵਿੱਚ ਕਹਿ ਰਹੀ ਹੈ ਕਿ ਤੁਸੀਂ ਜਾਂਚ ਨਹੀਂ ਕਰ ਸਕਦੇ। ਪੰਜਾਬ ਪੁਲਿਸ ਨੂੰ ਕਹਿ ਰਹੀ ਹੈ ਕਿ ਪੰਜਾਬ ਪੁਲਿਸ ਅਦਾਲਤ ਦੇ ਜ਼ਰੀਏ ਗੱਲ ਕਹੀ ਜਾ ਰਹੀ ਹੈ ਸੀਬੀਆਈ ਵੱਲੋਂ ਕਿ ਤੁਸੀਂ ਇਸ ਪੂਰੇ ਮਾਮਲੇ 'ਚ ਜਾਂਚ ਨਹੀਂ ਕਰ ਸਕਦੇ ਕਿਉਂਕਿ ਇਹ ਇਲੀਗਲ ਹੈ। ਇਸ ਤਰੀਕੇ ਨਾਲ ਜਾਂਚ ਨਹੀਂ ਹੋ ਸਕਦੀ। ਇੱਕੋ ਕੇਸ ਦੀਆਂ 2 ਇਨਵੈਸਟੀਗੇਸ਼ਨ ਏਜੰਸੀਆਂ ਪੈਰਲਲ ਜਾਂਚ ਕਿਵੇਂ ਕਰ ਸਕਦੀਆਂ ਨੇ। 3 ਐਫਆਈਆਰ ਬਾਜਾ ਖਾਨਾ ਦੇ ਵਿੱਚ 3 ਐਫਆਈਆਰ 2015 ਦੇ ਵਿੱਚ ਹੁੰਦੀਆਂ ਨੇ। ਐਫਆਈਆਰ ਨੰਬਰ 63, ਐਫਆਈਆਰ ਨੰਬਰ 117 ਤੇ ਉਸ ਤੋਂ ਬਾਅਦ ਐਫਆਈਆਰ ਨੰਬਰ 128। ਇਹਨਾਂ ਤਿੰਨੇ ਐਫਆਈਆਰਸ ਦੇ ਵਿੱਚ ਜਾਂਚ ਤਾਂ ਅੱਗੇ ਵਧ ਰਹੀ ਹੈ ਪਰ ਸੀਬੀਆਈ ਕਹਿ ਰਹੀ ਹੈ ਕਿ ਜਾਂਚ ਤਾਂ ਅਸੀਂ ਕਰ ਰਹੇ ਹਾਂ। ਹਾਲਾਂਕਿ ਇਹ ਵੀ ਤੁਹਾਨੂੰ ਦੱਸ ਦਈਏ ਕਿ ਸੀਬੀਆਈ ਦੇ ਵੱਲੋਂ ਕਲੋਜ਼ਰ ਰਿਪੋਰਟ ਪਾਈ ਗਈ ਸੀ 4 ਜੁਲਾਈ 2019 ਨੂੰ ਯਾਨੀ ਕਿ 1 ਸਾਲ ਪਹਿਲਾਂ ਜੁਲਾਈ ਮਹੀਨੇ ਵਿੱਚ ਹੀ। ਉਸ ਤੋਂ ਬਾਅਦ ਸੀਬੀਆਈ ਨੇ ਉਸ ਕਲੋਜ਼ਰ ਰਿਪੋਰਟ ਦੇ ਉੱਤੇ ਵੀ ਇੱਕ ਪਟੀਸ਼ਨ ਪਾ ਦਿੱਤੀ ਜਾਂ ਅਪੀਲ ਕਰ ਦਿੱਤੀ। ਉਹ 26 ਅਗਸਤ ਨੂੰ ਕਰ ਦਿੱਤੀ ਗਈ 2019 ਦੇ ਵਿੱਚ ਕਿ ਅਸੀਂ ਕੁਝ ਹੋਰ ਤੱਥ ਸਾਨੂੰ ਮਿਲੇ ਨੇ, ਕੁਝ ਲੀਡਸ ਮਿਲੇ ਨੇ, ਅਸੀਂ ਉਸ ਦੇ ਉੱਤੇ ਹੋਰ ਕੰਮ ਕਰਨਾ ਚਾਹੁੰਦੇ ਹਾਂ। ਅਸੀਂ ਕੁਝ ਹੋਰ ਤੱਥ ਸਾਡੇ ਤੱਕ ਪਹੁੰਚੇ ਨੇ। ਮੈਂ ਤੁਹਾਨੂੰ ਦਿਖਾਣਾ ਜੋ ਦਸਤਾਵੇਜ਼ ਇਸ ਸਮੇਂ ਐਕਸਕਲੂਸਿਵ ਨਿਊਜ਼ 18 ਦੇ ਕੋਲ ਨੇ ਉਹ ਸਾਡੇ ਹੱਥ ਦੇ ਵਿੱਚ ਨੇ, ਮੇਰੇ ਹੱਥ ਦੇ ਵਿੱਚ ਨੇ ਤੇ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਇਹਨਾਂ ਦਸਤਾਵੇਜ਼ਾਂ ਦੇ ਜ਼ਰੀਏ ਕੀ ਕੁਝ ਕਿਹਾ ਜਾ ਰਿਹਾ ਹੈ ਸੀਬੀਆਈ ਦੇ ਵੱਲੋਂ ਅਦਾਲਤ ਦੇ ਵਿੱਚ। ਸਭ ਤੋਂ ਪਹਿਲਾਂ ਇਹਨਾਂ ਦਸਤਾਵੇਜ਼ਾਂ ਨੂੰ ਤੁਸੀਂ ਧਿਆਨ ਦੇ ਨਾਲ ਦੇਖੋ। ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਇਸ ਦੇ ਉੱਤੇ ਜ਼ੂਮ ਕਰਕੇ ਅਸੀਂ ਆਪਣੀ ਕੋਸ਼ਿਸ਼ ਕਰਾਂਗੇ ਕਿ ਦਰਸ਼ਕਾਂ ਨੂੰ ਪੜ੍ਹਾ ਸਕੀਏ ਕਿ ਦਰਸ਼ਕ ਸਮਝ ਸਕਣ ਕਿ ਇਸ ਦੇ ਵਿੱਚ ਕੀ ਹੈ। ਇਹ ਪਟੀਸ਼ਨ ਜੋ ਦਾਖਲ ਕੀਤੀ ਗਈ ਹੈ ਇਸ ਪਟੀਸ਼ਨ ਦੇ ਵਿੱਚ 12 ਪੁਆਇੰਟਸ ਸੀਬੀਆਈ ਦੇ ਵੱਲੋਂ ਬਹੁਤ ਤਫਸੀਲ ਦੇ ਨਾਲ ਲਿਖੇ ਗਏ ਨੇ ਤੇ ਉਹਨਾਂ ਦੇ ਵਿੱਚੋਂ ਕੁਝ ਦੇਖ ਰਹੇ ਹੋ ਤੁਸੀਂ ਜੋ ਹਾਈਲਾਈਟ ਕੀਤੇ ਹੋਏ ਨੇ ਉਹ ਅਸੀਂ ਪੂਰੇ ਪੜ੍ਹ ਕੇ ਉਹਨਾਂ ਦੇ ਵਿੱਚੋਂ ਹਾਈਲਾਈਟ ਕੀਤੇ ਨੇ ਜੋ ਸੀਬੀਆਈ ਦੇ ਵੱਲੋਂ ਜ਼ਿਕਰ ਕੀਤਾ ਜਾ ਰਿਹਾ ਹੈ। ਸਭ ਤੋਂ ਪਹਿਲਾਂ ਇਸ ਪੂਰੀ ਪਟੀਸ਼ਨ ਦੀ ਜੋ ਸਬਜੈਕਟ ਬਣਾਇਆ ਗਿਆ ਉਸ ਦੇ ਉੱਤੇ ਤੁਸੀਂ ਫੋਕਸ ਕਰੋ ਕਿ ਇਸ ਸਬਜੈਕਟ ਦੇ ਵਿੱਚ ਸੀਬੀਆਈ ਕੀ ਕਹਿਣਾ ਚਾਹੁੰਦੀ ਹੈ। ਸਬਜੈਕਟ ਕੀ ਹੈ? ਰਿਕੁਐਸਟ ਫॉर ਇਸ਼ੂਐਂਸ ਆਫ ਨੋਟਿਸ ਐਂਡ ਕਾਲਿੰਗ ਦਾ ਰਿਪੋਰਟ ਫਰਮ ਦਾ ਸਪੈਸ਼ਲ ਇਨਵੈਸਟੀਗੇਸ਼ਨ ਟੀਮ of Punjab Police and regard the parallel investigation in sacrilege cases in violation of establishment law। ਇਸ ਸਬਜੈਕਟ ਹੀ ਹੈ ਕਿ ਤੁਸੀਂ ਨੋਟਿਸ ਜਾਰੀ ਕਰਕੇ ਉਹਨਾਂ ਤੋਂ ਜਵਾਬ ਮੰਗੋ ਕਿ ਜਿਹੜੀ ਪੈਰਲਲ ਤੁਸੀਂ ਐਸਆਈਟੀ ਜਾਂਚ ਕਰ ਰਹੀ ਹੈ ਉਹ ਐਸਟੈਬਲਿਸ਼ਡ ਲਾਅ ਦੇ ਖਿਲਾਫ ਹੈ, ਉਹ ਵਾਇਓਲੇਸ਼ਨ ਹੈ, ਉਹ ਤੋੜਿਆ ਜਾ ਰਿਹਾ ਕਾਨੂੰਨ ਨੂੰ, ਉਸ ਦੇ ਵਿੱਚ ਤੁਸੀਂ ਲਾਅ ਇਨਵੈਸਟੀਗੇਸ਼ਨ ਨਹੀਂ ਕਰ ਸਕਦੇ। ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦਾ ਚੌਥੇ ਪੁਆਇੰਟ ਦੇ ਵਿੱਚ ਜਾ ਕੇ ਸੀਬੀਆਈ ਨੇ ਜ਼ਿਕਰ ਕੀਤਾ ਹੈ ਕਿ ਅਸੀਂ ਕਲੋਜ਼ਰ ਰਿਪੋਰਟ 4 ਜੁਲਾਈ 2019 ਨੂੰ ਜਿਹੜੀ ਕਲੋਜ਼ਰ ਰਿਪੋਰਟ ਅਸੀਂ ਫਾਈਲ ਕੀਤੀ ਸੀ
ਸੀਬੀਆਈ ਦੇ ਵੱਲੋਂ। ਪਰ ਨਾਲ ਹੀ ਉਹਨਾਂ ਨੇ ਇਹ ਵੀ ਮੈਂਸ਼ਨ ਕਰ ਦਿੱਤਾ ਕਿ ਇਸ ਦੇ ਵਿੱਚ ਸਾਨੂੰ ਕੁਝ ਉਸ ਤੋਂ ਬਾਅਦ ਕੁਝ ਫਰੈਸ਼ ਲੀਡਸ ਕਲੂਜ਼ ਮਿਲਦੇ ਨੇ, ਯਾਨੀ ਕਿ ਕੁਝ ਫਰੈਸ਼ ਕਲੂਜ਼ ਸਾਨੂੰ ਮਿਲੇ, ਇਹ ਤੁਸੀਂ ਦੇਖ ਪਾ ਰਹੇ ਹੋ। ਤੇ 26/8 ਨੂੰ ਇੱਕ ਹੋਰ ਅਰਜ਼ੀ ਦੇ ਦਿੱਤੀ ਗਈ ਅਦਾਲਤ ਦੇ ਵਿੱਚ ਕਿ ਇਸ ਨੂੰ ਥੋੜਾ ਰੋਕਿਆ ਜਾਵੇ, ਅਸੀਂ ਇਹ ਸਾਡੀ ਕਲੋਜ਼ਰ ਰਿਪੋਰਟ ਨੂੰ ਕੁਝ ਹੋਰ ਨਵੇਂ ਤੱਥ ਸਾਡੇ ਕੋਲ ਹੈਗੇ ਨੇ, ਅਸੀਂ ਉਹ ਤੁਹਾਨੂੰ ਇਨਵੈਸਟੀਗੇਸ਼ਨ ਅਸੀਂ ਉਸ ਦੇ ਉੱਤੇ ਕਰਨਾ ਚਾਹੁੰਦੇ ਹਾਂ। ਹੁਣ ਮੈਂ ਅਹਿਮ ਪੁਆਇੰਟ ਦੇ ਉੱਤੇ ਆਣਾ, ਜਿਸ ਪੁਆਇੰਟ ਦੇ ਜ਼ਰੀਏ ਸੀਬੀਆਈ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਸਵਾਲ ਚੁੱਕੇ ਜਾ ਰਹੇ ਨੇ। ਬਹੁਤ ਧਿਆਨ ਦੇ ਨਾਲ ਤੁਸੀਂ ਵੀ ਦੇਖਣਾ, ਇਹ ਬਹੁਤ ਅਹਿਮ ਹੈ। ਇਹਨਾਂ ਡੂੰਘਾਈ ਦੇ ਨਾਲ ਕੋਈ ਤੁਹਾਡੇ ਤੱਕ ਇੰਨੀ ਜਾਣਕਾਰੀ ਨਹੀਂ ਪਹੁੰਚਾਏਗਾ। ਬੇਅਦਬੀ ਦੇ ਮਾਮਲੇ ਦੇ ਵਿੱਚ ਤੁਹਾਡੇ ਜ਼ਿਹਨ ਦੇ ਵਿੱਚ ਵੀ ਹੋਏਗਾ ਕਿ ਆਖਿਰ ਇਨਵੈਸਟੀਗੇਸ਼ਨ ਹੋ ਵੀ ਰਹੀ ਹੈ ਜਾਂ ਨਹੀਂ ਹੋ ਰਹੀ। ਜੇਕਰ ਇਨਵੈਸਟੀਗੇਸ਼ਨ ਹੋ ਰਹੀ ਹੈ ਤਾਂ ਕਿੱਥੇ, ਕੌਣ ਇਨਵੈਸਟੀਗੇਸ਼ਨ ਇਸ ਸਮੇਂ ਕਰ ਰਿਹਾ ਹੈ, ਖੈਰ ਸੀਬੀਆਈ ਕੀ ਕਹਿ ਰਹੀ ਹੈ। ਇਸ ਪੁਆਇੰਟ ਨੂੰ ਤੁਸੀਂ ਦੇਖੋ ਜਿਹੜਾ ਅਸੀਂ ਹਾਈਲਾਈਟ ਕੀਤਾ, ਇਸ ਪੂਰੀ ਪਟੀਸ਼ਨ ਨੂੰ ਪੜ੍ਹਨ ਤੋਂ ਬਾਅਦ ਜਿਹੜੇ ਦਸਤਾਵੇਜ਼ ਸਾਡੇ ਕੋਲ ਪਹੁੰਚੇ। ਸੀਬੀਆਈ ਇਸ ਦੇ ਵਿੱਚ ਕਹਿੰਦੀ ਹੈ ਕਿ the decision to return these cases is yet to be taken by CBI। ਮੈਂ ਨਾਲ ਟ੍ਰਾਂਸਲੇਸ਼ਨ ਕਰਨ ਦੀ ਵੀ ਕੋਸ਼ਿਸ਼ ਕਰਾਂਗਾ। ਇਸ ਲਾਈਨ ਦਾ ਮਤਲਬ ਇਹ ਹੈ ਕਿ ਸੀਬੀਆਈ ਦੇ ਵੱਲੋਂ ਕੇਸ ਵਾਪਸ ਦਿੱਤੇ ਜਾਣ ਦਾ ਡਿਸੀਜਨ ਅਜੇ ਵੀ ਲਿਆ ਜਾਣਾ ਬਾਕੀ ਹੈ, ਯਾਨੀ ਕਿ ਨਹੀਂ ਲਿਆ। These facts clearly establish that the further investigation of the said 3 cases ਕਿਹੜੇ ਨੇ, FIR ਨੰਬਰ 63, FIR ਨੰਬਰ 117 ਤੇ 128। मैं एक बार फिर तो पढ़ूंगा। These facts clearly establish that the further investigation of the said 3 cases has not been handed over to the state of Punjab। यानी कि इन तीनों केसेस की जांच सीबीआई ने सीबीआई कह रही है ਅਸੀਂ पंजाब सरकार ਨੂੰ नहीं सौंपे ने। It is relevant to mention that the further investigation of these 3 cases is still being conducted by the CBI। सीबीआई कह रही है कि इसका मतलब यही है, ਅਸੀਂ ਇੱਕ ਵਾਰ ਫਿਰ ਤੋਂ ਸਾਫ਼ ਕਰ ਦਈਏ ਕਿ ਇਹਨਾਂ ਤਿੰਨਾਂ ਕੇਸਿਸ ਦੀ ਜਾਂਚ ਅਸੀਂ ਕਰ ਰਹੇ ਹਾਂ, ਸੀਬੀਆਈ ਕਰ ਰਹੀ ਹੈ, ਇਹ ਸੀਬੀਆਈ ਨੇ ਕਿਹਾ ਹੈ। ਉਸ ਤੋਂ ਬਾਅਦ ਜਿਹੜਾ 11 ਨੰਬਰ ਪੁਆਇੰਟ ਹੈ ਉਹ ਵੀ ਬਹੁਤ ਅਹਿਮ ਹੈ, ਉਸ ਨੂੰ ਵੀ ਪੜਨ ਦੀ ਤੇ ਸਮਝਣ ਦੀ ਜ਼ਰੂਰਤ ਹੈ, ਉਹ ਵੀ ਅਸੀਂ ਹਾਈਲਾਈਟ ਕੀਤਾ ਹੈ। ਉਸ ਦੇ ਵਿੱਚ ਸੀਬੀਆਈ ਕੀ ਕਹਿੰਦੀ ਹੈ, ਸੀਬੀਆਈ ਨੇ ਆਪਣੀ ਪਟੀਸ਼ਨ ਦੇ ਵਿੱਚ ਕਿਹਾ ਕਿ that the investigation of the same case cannot be carried out simultaneously by 2 investigating agencies। यानी कि ਇੱਕੋ ਸਮੇਂ ਦੇ ਉੱਤੇ 2 ਇਨਵੈਸਟੀਗੇਸ਼ਨ ਏਜੰਸੀਜ਼ ਇਹਨਾਂ ਸੇਮ ਕੇਸਿਸ ਦੀ ਜਾਂਚ ਨਹੀਂ ਕਰ ਸਕਦੀਆਂ। ਯਾਨੀ ਬੇਅਦਬੀ ਦੇ ਮਾਮਲੇ ਜੋ ਬੁਰਜ ਜਵਾਹਰ ਸਿੰਘ ਵਾਲਾ 'ਚ FIR ਹੋਈ ਹੈ, ਬਾਜਾ ਖਾਣਾ 'ਚ ਹੋਈ ਹੈ, ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚ ਜੋ ਸਰੂਪ ਚੋਰੀ ਕੀਤੇ ਗਏ ਸੀ, ਜਾਂ ਬਰਗਾੜੀ ਦੇ ਵਿੱਚ ਪੋਸਟਰ ਲੱਗਦੇ ਨੇ, ਜਾਂ ਫਿਰ ਜਿਹੜੇ ਅੰਗ ਖਿਲਾਰੇ ਜਾਂਦੇ ਨੇ, ਉਹਨਾਂ ਮਾਮਲਿਆਂ ਦਾ ਇਹ ਜ਼ਿਕਰ ਹੋ ਰਿਹਾ ਹੈ। ਤੇ ਉਸ ਤੋਂ ਬਾਅਦ ਕਹਿੰਦੀ ਹੈ the intentional and deliberate acts of causing investigation in the said 3 cases by the SIT of Punjab Police, the two when the further investigation is still being carried out by the CBI। ਉਹ ਵੀ ਕਹਿ ਰਹੇ ਨੇ ਕਿ ਜਿਹੜੀ ਤੁਸੀਂ ਜਾਂਚ ਕਰ ਰਹੇ ਹੋ ਡੈਲੀਬਰੇਟਲੀ, ਕਿਉਂਕਿ ਇਹ ਮਾਮਲਾ ਤਾਂ CBI ਦੇ ਕੋਲ ਹੈ। ਆਖਰੀ ਲਾਈਨ ਦੇ ਉੱਤੇ ਤੁਸੀਂ ਬਹੁਤ ਧਿਆਨ ਦਿਵੋ ਕਿ CBI ਪੰਜਾਬ ਪੁਲਿਸ ਨੂੰ ਕੀ ਕਹਿ ਰਹੀ ਹੈ, ਪੰਜਾਬ ਸਰਕਾਰ ਨੂੰ ਵੀ ਇੱਕ ਤਰੀਕੇ ਨਾਲ ਕਿਹਾ ਜਾ ਰਿਹਾ ਹੈ। CBI ਕਹਿ ਰਹੀ ਹੈ is illegal and against the settled position of the law and procedure। यानी कि गैर कानूनी है। जेकर तुसी इस तरीके नाल इन्वेस्टिगेशन कर रहे हो तो गैर कानूनी है। ਇਹ ਇਲੀਗਲ ਸ਼ਬਦ ਦੇ ਉੱਤੇ ਧਿਆਨ ਦਿਵੋ। ਸੀਬੀਆਈ ਡਾਇਰੈਕਟਲੀ ਲਿਖਦੀ ਹੈ ਪੰਜਾਬ ਸਰਕਾਰ ਨੂੰ ਕਿ ਜਿਹੜੀ ਤੁਸੀਂ ਇਨਵੈਸਟੀਗੇਸ਼ਨ ਕਰ ਰਹੇ ਹੋ ਇਹ ਇਲੀਗਲ ਹੈ, ਇਹ ਤੁਸੀਂ ਨਹੀਂ ਕਰ ਸਕਦੇ। ਇਨਵੈਸਟੀਗੇਸ਼ਨ ਇੱਕ ਏਜੰਸੀ ਕਰਦੀ ਹੈ, 2 ਏਜੰਸੀਆਂ ਇਕੱਠੀਆਂ ਇੱਕੋ ਕੇਸ ਦੇ ਉੱਤੇ ਇਨਵੈਸਟੀਗੇਸ਼ਨ ਕਿਵੇਂ ਕਰ ਸਕਦੀਆਂ ਨੇ? ਇਹ ਤਾਂ ਐਸਟੈਬਲਿਸ਼ਡ ਲਾਅ ਹੈ, ਜਿਹੜਾ ਭਾਰਤ ਦਾ ਕਾਨੂੰਨ ਹੈ ਉਸ ਦੇ ਖਿਲਾਫ ਹੈ। ਤਾਂ ਇੱਥੇ ਸਵਾਲ ਇਹੀ ਹੈ ਕਿ ਜੇ ਸੀਬੀਆਈ ਕਹਿ ਰਹੀ ਹੈ ਕਿ ਇਹ ਤਾਂ ਕਾਨੂੰਨ ਦੇ ਖਿਲਾਫ ਹੈ ਤਾਂ ਫਿਰ ਕਿਉਂ ਜਾਂਚ ਹੋ ਰਹੀ ਹੈ, ਤਾਂ ਕਿਸ ਆਧਾਰ ਦੇ ਉੱਤੇ ਜਾਂਚ ਹੋ ਰਹੀ ਹੈ? ਇੱਕ ਹੋਰ ਬਹੁਤ ਅਹਿਮ ਮੇਨ ਪੁਆਇੰਟ ਹੈ ਐਂਡ ਦੇ ਵਿੱਚ ਜਾ ਕੇ ਜੋ ਲਿਖਿਆ ਜਾਂਦਾ ਹੈ ਸੀਬੀਆਈ ਦੇ ਵੱਲੋਂ ਇਸ ਪਟੀਸ਼ਨ ਦੇ ਐਂਡ ਦੇ ਵਿੱਚ ਉਹਨਾਂ ਨੇ ਲਿਖਿਆ ਹੈ the SIT of Punjab Police, the state of Punjab may be restrained from conducting investigation in the said 3 cases till the disposal of review a petition pending adjudication before the honorable Supreme Court of India। ਉਹਨਾਂ ਨੇ ਇੱਥੇ ਇਹ ਵੀ ਸਾਫ਼ ਕਰ ਦਿੱਤਾ ਕਿ ਇਹ ਤਾਂ ਪੂਰਾ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਵੀ ਹੈ। ਤੁਹਾਨੂੰ ਯਾਦ ਹੋਏਗਾ ਕਿ ਪੰਜਾਬ ਸਰਕਾਰ ਦੇ ਵੱਲੋਂ ਸੀਬੀਆਈ ਤੋਂ ਕੇਸ ਵਾਪਸ ਲਏ ਜਾਣ ਦਾ ਫੈਸਲਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਲਿਆ ਗਿਆ ਸੀ। ਉੱਥੇ ਜ਼ਿਕਰ ਹੋਇਆ ਸੀ, ਮੁੱਖ ਮੰਤਰੀ ਨੇ ਕਿਹਾ ਕਿ ਹਾਂ ਠੀਕ ਹੈ, ਸਾਰੇ ਮੰਗ ਕਰ ਰਹੇ ਨੇ ਤਾਂ ਅਸੀਂ ਸੀਬੀਆਈ ਤੋਂ ਕੇਸ ਵਾਪਸ ਲੈਂਦੇ ਹਾਂ। ਪਰ ਇੱਥੇ ਸਵਾਲ ਇਹ ਵੀ ਹੈ ਕਿ ਸੀਬੀਆਈ ਤੋਂ ਕੇਸ ਵਾਪਸ ਲਿਆ ਜਾ ਸਕਦਾ ਹੈ ਜਾਂ ਸੀਬੀਆਈ ਤੋਂ ਕੇਸ ਵਾਪਸ ਲਿਆ ਹੀ ਨਹੀਂ ਜਾ ਸਕਦਾ, ਕਿਉਂਕਿ ਸੀਬੀਆਈ ਦੇ ਕੋਲ ਜੇਕਰ ਫਾਈਲਾਂ ਹੈਗੀਆਂ ਨੇ ਤਾਂ ਫਿਰ ਦੂਜੇ ਪਾਸੇ ਸਵਾਲ ਇਹ ਹੈ ਕਿ ਬਿਨਾਂ ਫਾਈਲਾਂ ਤੋਂ ਇਨਵੈਸਟੀਗੇਸ਼ਨ ਕਿਵੇਂ ਅੱਗੇ ਵਧ ਰਹੀ ਹੈ। ਮੈਂ ਇੱਕ ਵਾਰ ਫਿਰ ਤੋਂ ਪੁਆਇੰਟ ਦਿਖਾਊਂਗਾ, ਉਸ ਤੋਂ ਬਾਅਦ ਅਸੀਂ ਹੋਰ ਤਫਸੀਲ ਨਾਲ ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਗ੍ਰਾਫਿਕਸ ਦੇ ਜ਼ਰੀਏ ਵੀ।
ਇਹ ਆਖਰੀ ਪੁਆਇੰਟ ਦੇ ਉੱਤੇ ਇੱਕ ਵਾਰ ਫਿਰ ਤੋਂ ਤੁਸੀਂ ਧਿਆਨ ਦਿਵੋ। ਜੋ ਸੀਬੀਆਈ ਆਪਣੀ ਪਟੀਸ਼ਨ ਦੇ ਵਿੱਚ ਕਹਿ ਰਹੀ ਹੈ, ਸੀਬੀਆਈ ਕਹਿ ਰਹੀ ਹੈ ਕਿ ਜਿਹੜੀ ਵੀ ਇਨਵੈਸਟੀਗੇਸ਼ਨ ਕਰ ਰਹੇ ਨੇ ਇਹ ਇਨਵੈਸਟੀਗੇਸ਼ਨ ਇਲੀਗਲ ਹੈ, ਗੈਰ ਕਾਨੂੰਨੀ ਹੈ। ਇਨਵੈਸਟੀਗੇਸ਼ਨ ਇਜ਼ ਇਲੀਗਲ ਐਂਡ ਅਗੇਂਸਟ ਦਾ ਸੈਟਲਡ ਪੋਜੀਸ਼ਨ ਆਫ ਦਾ ਲਾਅ ਐਂਡ ਪ੍ਰੋਸੀਜਰ। ਯਾਨੀ ਕਿ ਜਿਹੜੀ ਵੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਉਹ ਇਲੀਗਲ ਹੈ, ਇਹ ਇਲੀਗਲ ਤਰੀਕੇ ਦੇ ਨਾਲ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜੋ ਵੀ ਇਸ ਸਮੇਂ ਰਣਧੀਰ ਸਿੰਘ ਖੱਟੜਾ ਦੀ ਐਸਆਈਟੀ ਕਰ ਰਹੀ ਹੈ। बेशक उस मामले ਦੇ ਵਿੱਚ ਕਾਮਯਾਬੀ ਮਿਲ ਰਹੀ ਹੋਵੇ ਜਾਂ ਡੇਰਾ ਪ੍ਰੇਮੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੋਵੇ, ਪਰ ਸੀਬੀਆਈ ਆਪਣੇ ਪੂਰੇ ਮਾਮਲੇ ਦੇ ਵਿੱਚ ਸਵਾਲ ਚੁੱਕ ਰਹੀ ਹੈ। 3 ਐਫਆਈਆਰ ਹੋਈਆਂ 2015 ਦੇ ਵਿੱਚ, ਇਨਸਾਫ ਦਾ ਇੰਤਜ਼ਾਰ ਹੈ। ਬੇਸ਼ੱਕ ਕਲੋਜ਼ਰ ਰਿਪੋਰਟ ਵੀ ਦਾਖਲ ਕਰ ਦਿੱਤੀ ਗਈ ਹੋਵੇ ਸੀਬੀਆਈ ਦੇ ਵੱਲੋਂ, ਪਰ ਇਸ ਵਿਚਾਲੇ ਸਵਾਲ ਇਹੀ ਉੱਠਦੇ ਨੇ ਕਿ ਇਹ ਜਿਹੜੀ ਜਾਂਚ ਹੈ ਇਹ ਇਲੀਗਲ ਤਰੀਕੇ ਦੇ ਨਾਲ ਹੋ ਰਹੀ ਹੈ। मैं एक बार फिर तो अपने साथियों को कहूंगा, अपनी टीम को कहूंगा कि ग्राफिक्स के जरिए भी असं दिखाइए कि आखिर इस समय सीबीआई के वलों की कहा जा रहा है। ये पूरे दस्तावेजों के जरिए असं समझाने की तुहानू कोशिश की है कि दस्तावेज दस्सण दे लई काफी ने कि सीबीआई इस केस नू नहीं छड़ रहा। सीबीआई इस पूरे मामले दे विच इन्वेस्टिगेशन कर रही है। सीबीआई कहती है कि असीं तां इन्वेस्टिगेशन इस मामले दे विच कर रहे हैं, तो फिर तुसीं किस तरीके दे नाल जाके इस पूरे मामले च जांच करनी शुरू कर दी। सीबीआई की पटिशन अपने आप दे विच बहुत सारे सवाल खड़े करती है, इसका सबजैक्ट ही बहुत सारे सवाल खड़े करता है। इसके सबजैक्ट दे विच साफ हो जाता है कि तुसीं नोटिस जारी करो ते इस नोटिस के जरिए सवाल पुछो सरकार नूं कि आखिर किस तरीके दे नाल तुसीं इस दे विच जांच कर रहे हो। इत्थे भी तुहानूं क्लीयर कर दईए कि इस पूरे मामले दे विच मोहाली दी अदालत च पूरा मामला ते इस पूरे मामले च 10 तरीक नूं यानी कि कल एक बार फिर तो सुनवाई होनी है। देखना होगा कि पंजाब पुलिस की पंजाब सरकार इस दे विच की अपना बयान दिंदी है। पर इस विचाले सवाल तो यह भी उठता है कि जेकर सीबीआई दे कोल जांच है तो फिर एसआईटी किस तरीके नाल जांच कर रही है। पर दूजा पॉइंट यह भी है कि सीबीआई ने तो क्लोजर रिपोर्ट अपनी दाखिल कर दी। सीबीआई मेंशन कर दी उस चीज नूं जो मैं भी तुहानूं दिखाई कि 4 जुलाई 2019 नूं, एक साल पहला सीबीआई ने अपनी क्लोजर रिपोर्ट दाखिल कर दी। उस तो बाद सीबीआई ने 26 अगस्त नूं उसे साल यानी कि करीब 1.5 महीने बाद अपनी एक होर पटिशन ला के कह दिता, अर्जी लगा के कह दिता कि असी कुछ नवे क्लूज सानू मिले ने, कुछ नवे सबूत मिले ने, असी इस पूरे मामले दे विच जांच नूं अगे वधाउणा चाहुंदे हां, क्लोजर रिपोर्ट नूं थोड़ा होल्ड रखिया जावे। ते इस विचाले सवाल यही है कि जेकर क्लोजर रिपोर्ट दाखिल नहीं की या उसनूं रोक लिया गया, सीबीआई अपने लैवल ते जांच कर रही है, ते दूजे पासे सवाल यह भी है कि सीबीआई की जांच अगे वधी किथे, सीबीआई वो भी जवाब देवे, वो भी पंजाब के लोग जानना चाहते हैं, सिख संगत जानना चाहती है। दूजे पासे सवाल यह भी है कि आखिर जेकर सीबीआई जांच अगे नहीं वधा रही है, एसआईटी कर रही है, तब जांच हो भी रही है एसआईटी दी या फिर किसी के वलों भी इस समय बेअदबी के मामलों के विच खैर बहुत दुचिती है। बहुत दुचिती के विचाले सवाल यह भी है कि इंसाफ कदों, 5 साल हो चुके ने, 2015 तो 2020 आ गया, 2020 आ गया, नहीं मिला इंसाफ। पर इस सब के विचाले सियासत हो रही है। सियासत के विचाले रंधावा का बयान सामने आया, बेअदबी केस के सीबीआई के रुख को लैके सियासत भी है। श्रोमणी अकाली दल से हमलावर होए ने कैप्टन के मंत्री, ते रंधावा की कह रहे हैं, सुखजिंदर सिंह रंधावा सूबे के कैबिनेट मंत्री, वो कह रहे हैं अकाली दल की वजह करके सीबीआई पहुंची है कोर्ट दे विच जाके जो पटिशन मैं तुहानूं दिखा रहा, इस दे उत्ते सवाल रंधावा चुक रहे हैं कि अकाली दल की वजह करके पहुंची है सीबीआई। केंद्र की मदद के नाल जांच नूं भटकाउण की कोशिश हो रही है। ये कांग्रेस ने इल्जाम लगाने शुरू कर दिते ने, राम रहीम का नाम आउण करके अकाली दल बुखला गया है। ये सुखजिंदर सिंह रंधावा कह रहे हैं, इल्जाम लगा रहे हैं राम रहीम तो पुछगिछ की जरूरत पई तां करांगे, बेअदबी च एक परिवार का हथ है। सुखजिंदर रंधावा कह रहे हैं एसआईटी की जांच रोकने के लिए कोर्ट पहुंची है सीबीआई। की कुछ रंधावा कह रहे हैं तो सुनवाने। हैरानगी की गल है कि 2 दिन बाद ही इमीजिएटली उन्होंने सीबीआई ने पा दिता कि ये जी है कि असं एक्सैप्ट नहीं करते। तो सब तो वड्डी गल ये कि आ मेरे को एक उन्होंने लैटर आ, वो सतनाम सिंह कलेर जो श्रोमणी गुरुद्वारा प्रबंधक कमेटी का एडवोकेट है, और दमनवीर सिंह सोपती मेरे ख्याल अकाली दल का बड़ा राइट हैंड जो उन्होंने वकील है, हर केस के मेरे अगेंस्ट हुई ये सोपती साहब ही पेश होंगे ने जोड़ा कोई वो करते हैं। इन्होंने लिखा कि कहते प्रेयर क्लॉज ऑफ द एप्लीकेशन इज़ रॉन्ग एंड डिनाइड, द सीबीआई अगेन वांट्स जुडिशियल ऑर्डर इन फेवर ऑफ क्लोजर रिपोर्ट। की कर दो कि जी ये हुई जी इन्हों वालों पेश हो के ये बंदे कह रहे हैं कि क्लोजर रिपोर्ट जी है तो ये मैटर जोड़ा वापस सीबीआई को कर देना चाहिए। ये अकाली दल की जो मंशा सी कि जी असी हमेशा ही रौली पाते रहे हैं कि ये अकाली दल
ਉਸ ਵੇਲੇ ਦੀ ਗੌਰਮੈਂਟ ਦਾ ਪੂਰਾ ਹੱਥ ਬਰਗਾੜੀ ਦੇ ਵਿੱਚ ਇਸ਼ਤਿਹਾਰ ਲੱਗੇ, ਉੱਥੇ ਲਾਏ ਗਏ ਕਿ ਅਸੀਂ ਤੁਹਾਡਾ ਬਾਬਾ ਚੋਰੀ ਕਰ ਲਿਆ, ਜੇ ਕੋਈ ਲੱਭ ਸਕਦਾ ਉਹ ਲੱਭ ਲੇ, ਤੇ ਜਿਹੜਾ ਲੱਭੇਗਾ ਉਹਨੂੰ ਅਸੀਂ 10 ਲੱਖ ਰੁਪਈਆ ਇਨਾਮ ਦੇਵਾਂਗੇ। ਇੱਕ ਉਸ ਟਾਈਮ ਇਹ ਇਸ਼ਤਿਹਾਰ ਲੱਗੇ ਸੀ ਉਸ ਪਿੰਡ ਦੇ ਵਿੱਚ, ਤੇ ਉਸ ਟਾਈਮ ਦੀ ਗਵਰਨਮੈਂਟ ਨੂੰ 10 ਦਿਨਾਂ ਦੇ ਵਿੱਚ ਉਹ ਇਸ਼ਤਿਹਾਰ ਵਾਲੇ ਨਹੀਂ ਲੱਭੇ, ਤੇ ਨਾ ਗੁਰੂ ਗ੍ਰੰਥ ਸਾਹਿਬ ਜਿਹੜਾ ਚੋਰੀ ਕੀਤੇ ਗਏ। ਉਹਨਾਂ ਨੇ ਕੀਤਾ ਕਿ ਇਹਦੇ ਵਿੱਚ ਜਿਹੜੀ ਚੀਜ਼ ਹੈ ਸਿਰਫ ਇਹੀ ਆ ਕਿ ਪਹਿਲਾਂ ਬਾਬੇ ਦੀ MSG ਜਿਹੜੀ ਮੂਵੀ ਸੀ ਉਹ ਚਲਾਈ ਗਈ, ਫਿਰ ਉਹਨੂੰ ਪਾਰਡਨ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦਾ ਪੂਰਾ ਜ਼ੋਰ ਲੱਗਾ, 90 ਲੱਖ ਦੇ ਇਸ਼ਤਿਹਾਰ ਦਿੱਤੇ ਗਏ ਸ਼੍ਰੋਮਣੀ ਕਮੇਟੀ ਵੱਲੋਂ ਕਿ ਇਹਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿ ਇਹਨੂੰ ਕਿਉਂ ਇਹਦੀ ਸਜ਼ਾ ਮਾਫ ਕੀਤੀ ਗਈ, ਫਿਰ ਉਹਦੀ ਸਜ਼ਾ ਜਿਹੜੀ ਫਿਰ ਬਹਾਲ ਕਰ ਦਿੱਤੀ ਗਈ, ਫਿਰ ਦੱਸਿਆ ਗਿਆ ਕਿਉਂ ਕੀਤੀ ਗਈ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹਦੇ ਵਿੱਚ ਇੱਕ ਪਰਿਵਾਰ ਦਾ ਸਿੱਧਾ ਹੱਥ ਹੈ ਜਿਹੜੀ ਗੁਰੂ ਸਾਹਿਬ ਦੀ। ਅੱਜ ਜੇ ਅਕਾਲੀ ਦਲ ਇਹ ਕਹਿੰਦਾ ਕਿ ਰੰਜਿਸ਼ ਕੱਟੀ ਜਾ ਰਹੀ ਹੈ, ਤੇ ਗੁਰੂ ਸਾਹਿਬ ਦੇ ਨਾਂ ਤੇ ਜੇ ਰੰਜਿਸ਼ ਤੇ ਕਿਹਾ ਜਾਂਦਾ ਤੇ ਇਹਦੇ ਤੋਂ ਵੱਡੀ ਬਦਕਿਸਮਤੀ ਵਾਲੀ ਕੋਈ ਗੱਲ ਨਹੀਂ। ਇਹਦਾ ਮਤਲਬ ਇਹ ਗੁਰੂ ਦੇ ਸਿੱਖ ਨਹੀਂ ਗੇ, ਇਹ ਸਿਰਫ ਪੋਲਿਟਿਕਸ ਕਰਦੇ ਨੇ। ਸਾਡੀ ਗਵਰਨਮੈਂਟ ਕੈਪਟਨ ਅਮਰਿੰਦਰ ਸਿੰਘ ਜਾਂ ਅਸੀਂ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਕਰਕੇ ਕਹਿੰਦੇ ਆ ਕਿ ਅਸੀਂ ਗੁਰੂ ਦੀ ਜਿਹੜੀ ਬੇਅਦਬੀ ਆ ਉਹਨਾਂ ਮੁਲਜ਼ਮਾਂ ਨੂੰ ਬਾਹਰ ਲੈ ਕੇ ਆਵਾਂਗੇ, ਚਾਹੇ ਉਹਦੇ 'ਚ ਅਕਾਲੀ ਦਲ ਹੋਏ ਚਾਹੇ ਕਾਂਗਰਸ ਹੋਏ, ਹਰ ਬੰਦਾ ਸਾਹਮਣੇ ਲੈ ਕੇ ਕਟਹਿਰੇ 'ਚ ਖੜਾ ਕਰਾਂਗੇ। ਤਰਨਤਾਰਨ ਵਾਲਾ ਇਲਜ਼ਾਮ ਲਗਾ ਰਹੇ ਨੇ ਅਕਾਲੀ ਦਲ ਦੇ ਉੱਤੇ, ਤੇ ਇਸ ਵਿਚਾਲੇ ਆਮ ਆਦਮੀ ਪਾਰਟੀ ਦਾ ਬਿਆਨ ਵੀ ਸਾਹਮਣੇ ਆ ਗਿਆ, ਉਹ ਵੀ ਤੁਹਾਨੂੰ ਦਿਖਾਣੇ ਆ। ਬੇਅਦਬੀ ਦੀ ਜਾਂਚ ਦੇ ਉੱਤੇ ਸਿਆਸਤ ਤਾਂ ਲਾਜ਼ਮੀ ਤੌਰ ਤੇ ਹੋ ਰਹੀ ਹੈ, ਪਹਿਲਾਂ ਵੀ ਹੋ ਰਹੀ ਸੀ, ਹੁਣ ਵੀ ਹੋ ਰਹੀ ਹੈ। ਵਿਰੋਧੀ ਧਿਰ ਦੇ ਆਗੂ ਨੇ ਮਿਲੀ ਭੁਗਤ ਦੇ ਇਲਜ਼ਾਮ ਲਗਾਏ ਨੇ। ਕੈਪਟਨ ਤੇ ਸੁਖਬੀਰ ਬਾਦਲ ਮਿਲ ਕੇ ਜਾਂਚ ਕਰ ਰਹੇ ਨੇ, ਇਹ ਇਲਜ਼ਾਮ ਨੇ ਹਰਪਾਲ ਚੀਮਾ ਦੇ। ਹਰਪਾਲ ਚੀਮਾ ਵਿਰੋਧੀ ਧਿਰ ਦੇ ਆਗੂ ਨੇ, ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਇੱਕ ਵੱਡਾ ਚਿਹਰਾ ਹੈ, ਤੇ ਉਹਨਾਂ ਦੇ ਵੱਲੋਂ ਇਲਜ਼ਾਮ ਤਾਂ ਕਾਂਗਰਸ ਤੇ ਵੀ ਤੇ ਅਕਾਲੀ ਦਲ ਤੇ ਵੀ ਲਗਾਏ ਜਾ ਰਹੇ ਨੇ। ਪਰ ਇਸ ਸਭ ਦੇ ਵਿਚਾਲੇ ਸਵਾਲ ਇਹ ਹੈ ਕਿ ਇਨਸਾਫ ਕਦੋਂ ਮਿਲੇਗਾ, ਕੀ ਸਿਆਸਤ ਹੀ ਹੁੰਦੀ ਰਹੇਗੀ ਜਾਂ ਇਸ ਤੋਂ ਬਾਅਦ ਕੋਈ ਅੱਗੇ ਦਾ ਵੀ ਰੂਪਰੇਖਾ ਸਰਕਾਰਾਂ ਤੈਅ ਕਰ ਰਹੀਆਂ ਨੇ ਕਿ ਕਿਵੇਂ। 5 ਸਾਲ ਤਾਂ ਹੋ ਚੁੱਕੇ ਨੇ, 5 ਸਾਲ ਤਾਂ ਹੋ ਚੁੱਕੇ ਨੇ, ਹੁਣ ਤੱਕ ਇਨਸਾਫ ਨਹੀਂ ਮਿਲਿਆ। ਉਹ ਜਿਹੜੇ ਮੁਲਜ਼ਮ ਨੇ ਉਹ ਸਾਹਮਣੇ, ਦੋਸ਼ੀ ਸਾਹਮਣੇ ਨਹੀਂ ਆ ਸਕੇ ਨੇ, ਜਿਨ੍ਹਾਂ ਨੇ ਇਸ ਪੂਰੇ ਪ੍ਰਕਰਨ ਨੂੰ ਅੰਜਾਮ ਦਿੱਤਾ ਸੀ। ਕੀ ਕੁਝ ਕਹਿ ਰਹੇ ਨੇ ਹਰਪਾਲ ਚੀਮਾ, ਉਹ ਵੀ ਤੁਹਾਨੂੰ ਸੁਣਵਾਉਂਦੇ। ਕੈਪਟਨ ਸਾਹਿਬ ਰਲ ਕੇ ਜਿਹੜੇ ਹੈਗੇ ਦੋਨੇ ਗੇਮ ਖੇਡ ਰਹੇ ਨੇ ਪੰਜਾਬ ਦੇ ਲੋਕਾਂ ਨਾਲ। ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ, ਉਹਨੂੰ ਸਜ਼ਾ ਨਹੀਂ ਦੇਣਾ ਚਾਹੁੰਦੇ, ਉਹਨਾਂ ਨੂੰ ਬਚਾਉਣਾ ਚਾਹੁੰਦੇ ਨੇ। ਇਹੀ ਕਾਰਨ ਆ ਕਿ 3 ਸੀਟਾਂ ਬਣ ਗਈਆਂ, ਪਹਿਲਾਂ 2 ਨੂੰ ਫੜ ਲਓ, 2 ਨੂੰ ਛੱਡ ਦਿਓ, ਕਲੋਜ਼ਰ ਰਿਪੋਰਟ ਦੇ ਦਿਓ, ਦੁਬਾਰਾ ਫੇਰ ਆ ਜਾਓ, ਤਾਂ ਕਿ ਜਿਹੜੀਆਂ ਕੋਰਟਾਂ ਇਹਦੇ 'ਚ ਸਟੇ ਕਰ ਦੇਣ ਤੇ ਮੈਟਰ ਜਿਹੜਾ ਹੈਗਾ 2022 ਨੂੰ ਜਿਹੜਾ ਪਾਰ ਕਰ ਜੇ। ਇਹ ਸਾਰੀ ਸੋਚੀ ਸਮਝੀ ਸਾਜ਼ਿਸ਼ ਦੇ ਅਧੀਨ 2 ਪਰਿਵਾਰ ਮਿਲ ਕੇ ਜਿਹੜਾ ਹੈਗੇ ਨੇ ਜਾਂਚ ਕਰ ਰਹੇ ਨੇਗੇ, ਔਰ ਦੋਨੇ ਜਿਹੜੇ ਹੈਗੇ ਨੇ ਜਾਂਚ ਨੂੰ ਡੀਰੇਲ ਕਰ ਰਹੇ ਨੇਗੇ। ਰੁਕ ਕਰਦੇ ਹਾਂ ਪੰਕਜ ਕਪਾਹੀ ਮੇਰੇ ਸਹਿਯੋਗੀ ਇਸ ਸਮੇਂ ਫੋਨ ਲਾਈਨ ਤੇ ਸਾਡੇ ਨਾਲ ਜੁੜੇ ਹੋਏ ਨੇ। ਪੰਕਜ, ਜਾਣਨਾ ਚਾਹਾਂਗੇ, ਸਮਝਣਾ ਚਾਹਾਂਗੇ, ਸਿਆਸਤ ਤਾਂ ਹੋ ਰਹੀ ਹੈ, ਪਰ CBI ਦੇ ਵੱਲੋਂ ਜੋ ਪਟੀਸ਼ਨ ਦਾਖਲ ਕੀਤੀ ਗਈ ਉਸ ਦੇ ਕੀ ਮਾਇਨੇ ਕੱਢੇ ਜਾ ਰਹੇ ਨੇ? ਇਸ ਵਿਚਾਲੇ ਮੈਂ ਵੀ ਆਪਣੇ ਦਰਸ਼ਕਾਂ ਨੂੰ ਦੱਸ ਦਵਾਂ ਕਿ ਇਹ ਪਟੀਸ਼ਨ 7 ਤਰੀਕ ਨੂੰ ਦਾਖਲ ਕੀਤੀ ਗਈ ਹੈ, ਜੋ ਮੇਰੇ ਹੱਥ ਦੇ ਵਿੱਚ ਹੈ। 7 ਜੁਲਾਈ ਨੂੰ, ਯਾਨੀ ਕਿ ਮੰਗਲਵਾਰ ਇਸ ਦੇ ਉੱਤੇ ਡੇਟ ਵੀ ਹੈਗੀ ਹੈ। 6 ਤਰੀਕ ਨੂੰ ਖਬਰ ਨਿਕਲ ਕੇ ਸਾਹਮਣੇ ਆਈ ਸੀ ਕਿ ਜਿਹੜੀ ਰਾਮ ਰਹੀਮ ਦਾ ਨਾਮ ਵੀ ਸ਼ਾਮਲ ਕਰ ਦਿੱਤਾ ਗਿਆ ਹੈ, ਨਾਮਜ਼ਦ ਕੀਤਾ ਗਿਆ ਹੈ FIR ਨੰਬਰ 63 ਦੇ ਵਿੱਚ। ਰੁਕ ਕਰਦੇ ਹਾਂ ਪੰਕਜ ਦਾ। ਪੰਕਜ, ਕੀ ਕੁਝ ਮਾਇਨੇ ਕੱਢੇ ਜਾ ਰਹੇ ਨੇ, ਕਿਉਂਕਿ ਸਿਆਸਤ ਹੋ ਰਹੀ ਹੈ। ਹਰਪਾਲ ਚੀਮਾ ਦਾ ਆਪਣਾ ਬਿਆਨ ਹੈ, ਰੰਧਾਵਾ ਇੱਕ ਤਰੀਕੇ ਨਾਲ ਉਹ ਵੀ ਸਰਕਾਰ ਤੇ ਇਲਜ਼ਾਮ ਲਗਾ ਰਹੇ ਨੇ, ਕੇਂਦਰ ਦੀ ਤੇ ਜਾਂ ਫਿਰ ਅਕਾਲੀ ਦਲ ਤੇ। ਬਿਲਕੁਲ ਗੌਰਵ, ਕਿਉਂਕਿ ਟਾਈਮਿੰਗ ਤੇ ਸਵਾਲ ਖੜੇ ਹੋ ਰਹੇ ਨੇ। 1 ਸਾਲ ਪਹਿਲਾਂ ਕਲੋਜ਼ਰ ਰਿਪੋਰਟ ਜਿਹੜੀ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਪਾਈ ਗਈ ਸੀ, ਔਰ ਉਸ ਤੋਂ ਬਾਅਦ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਰਿਵਿਊ ਜਿਹੜੀ ਹੈ ਉਹ ਪਟੀਸ਼ਨ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਹੈ। 1 ਸਾਲ ਤੱਕ CBI ਨੇ ਕੋਈ ਜਵਾਬ ਜਿਹੜਾ ਉਹ ਨਹੀਂ ਦਿੱਤਾ, ਔਰ ਉਸ ਤੋਂ ਬਾਅਦ ਜਦੋਂ ਅਸੀਂ ਦੇਖਿਆ ਕਿ ਪਿਛਲੇ ਦਿਨਾਂ 'ਚ ਜੋ SIT ਪੰਜਾਬ ਸਰਕਾਰ ਵੱਲੋਂ ਬਣੀ ਸੀਗੀ, ਉਹਨਾਂ ਨੇ 7 ਮੁਲਜ਼ਮ ਜਿਹੜੇ ਨੇ ਉਹ ਗ੍ਰਿਫਤਾਰ ਕੀਤੇ, ਔਰ ਉਸ ਤੋਂ ਬਾਅਦ ਰਾਮ ਰਹੀਮ ਦਾ ਨਾਮ ਜਿਹੜਾ ਉਹ 6 ਜੁਲਾਈ ਨੂੰ ਸਾਹਮਣੇ ਆਉਂਦਾ ਹੈ। ਔਰ ਉਸ ਤੋਂ ਬਾਅਦ CBI ਜਿਹੜੀ ਹੈ ਉਹ ਮੋਹਾਲੀ ਕੋਰਟ ਪਹੁੰਚਦੀ ਹੈ, ਮੋਹਾਲੀ ਕੋਰਟ ਦੇ ਵਿੱਚ ਪਟੀਸ਼ਨ ਲਗਾਈ ਜਾਂਦੀ ਹੈ। ਔਰ ਹੁਣ ਇਸ ਵੇਲੇ ਸਭ ਤੋਂ ਅਹਿਮ ਇਹ ਰਹੇਗਾ ਕਿ ਜੋ ਨੋਟਿਸ ਪੰਜਾਬ ਸਰਕਾਰ ਨੂੰ ਦਿੱਤਾ ਗਿਆ, ਪੰਜਾਬ ਸਰਕਾਰ ਵੱਲੋਂ ਕੱਲ ਜਦੋਂ ਕੋਰਟ ਦੇ ਵਿੱਚ ਸੁਣਵਾਈ ਹੋਏਗੀ ਤਾਂ ਕੀ ਦਲੀਲ ਜਿਹੜੀ ਹੈ ਇਸ ਪੂਰੇ ਮਾਮਲੇ ਦੇ ਉੱਤੇ ਦਿੱਤੀ ਜਾਏਗੀ, ਕਿਉਂਕਿ ਇਸ ਮਸਲੇ ਨੂੰ ਲੈ ਕੇ ਗੌਰਵ 2015 ਤੋਂ ਲੈ ਕੇ ਹੁਣ ਤੱਕ ਲਗਾਤਾਰ ਸਿਆਸਤ ਹੋਈ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਆਪਣੇ ਪੱਧਰ ਤੇ ਇੱਕ ਦੂਸਰੇ ਦੇ ਉੱਤੇ ਇਲਜ਼ਾਮਬਾਜ਼ੀ ਜਿਹੜੀ ਹੈ ਉਹ ਲਗਾਉਂਦੇ ਰਹੇ ਨੇ, ਕਿਉਂਕਿ 2017 ਦੀਆਂ ਚੋਣਾਂ ਵੀ ਦੇਖੀਆਂ ਜਾਣ ਤਾਂ ਬੇਅਦਬੀ ਦੇ ਉੱਤੇ ਰਹੀਆਂ ਸੀਗੀਆਂ, ਔਰ ਉਸ ਵੇਲੇ ਵੀ ਕਾਂਗਰਸ ਸਰਕਾਰ ਵੱਲੋਂ ਕਿਹਾ ਸੀਗਾ ਕਿ ਸਰਕਾਰ ਆਏਗੀ ਤਾਂ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਏਗਾ। ਇਹ ਮਸਲਾ ਕਦੀ CBI ਦੇ ਕੋਲ ਪਹੁੰਚਦਾ ਹੈ, ਕਦੀ SIT ਇਸ ਪੂਰੇ ਮਾਮਲੇ ਦੀ ਜਾਂਚ ਕਰਦੀ ਹੈ, ਔਰ ਲੇਕਿਨ ਹੱਲੇ ਵੀ ਦੋਸ਼ੀ ਜਿਹੜੇ ਨੇ, ਮੇਨ ਦੋਸ਼ੀ ਕਿਹੜੇ ਨੇ
ਉਹ ਹਾਲੇ ਵੀ ਗ੍ਰਿਫਤਾਰ ਨਹੀਂ ਹੋਏ। ਤਾਂ ਜੀ ਇਹ ਜਿਹੜੀ ਜੋ ਨਿਊਜ਼ 18 ਸਭ ਤੋਂ ਅਹਿਮ ਜਾਣਕਾਰੀ ਜੋ CBI ਵੱਲੋਂ ਜੋ ਪਟੀਸ਼ਨ ਲਗਾਈ ਗਈ, ਜੋ ਰਿਪੋਰਟ ਦੇ ਵਿੱਚ ਲਿਖਿਆ ਗਿਆ, ਉਸ ਵਿੱਚ ਇਹ ਸਾਫ਼ ਹੁੰਦਾ ਹੈ ਕਿ CBI ਆਪਣੇ ਹੱਥ ਦੇ ਵਿੱਚ ਅਜੇ ਵੀ ਕੇਸ ਜਿਹੜਾ ਉਹ ਰੱਖਣਾ ਚਾਹੁੰਦੀ ਹੈ। ਔਰ CBI ਇਹ ਕਹਿ ਰਹੀ ਹੈ ਕਿ ਉਹਨਾਂ ਕੋਲ ਕੁਝ ਹੋਰ ਨਵੇਂ ਫੈਕਟ ਸਾਹਮਣੇ ਆਏ ਨੇ ਔਰ ਪੰਜਾਬ ਸਰਕਾਰ ਵੱਲੋਂ SIT ਵੱਲੋਂ ਅਜੇ ਤੱਕ ਜਿਹੜੀ ਹੈ ਉਹ ਜਾਂਚ ਇਸ ਪੂਰੇ ਮਾਮਲੇ ਤੇ ਨਹੀਂ ਕਰਨੀ ਚਾਹੀਦੀ, ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਇਹ ਪੂਰਾ ਮਾਮਲਾ ਅਜੇ ਵੀ ਪੈਂਡਿੰਗ ਪਿਆ ਹੋਇਆ। ਗੌਰਵ, ਲਾਜ਼ਮੀ ਤੌਰ ਤੇ ਸੁਪਰੀਮ ਕੋਰਟ ਦੇ ਵਿੱਚ ਵੀ ਮਾਮਲਾ ਹੈ ਤੇ ਦੂਜੇ ਪਾਸੇ ਪਟੀਸ਼ਨ ਅਜੇ ਤੱਕ ਜਾਂ ਕਹੀਏ ਕਿ ਜਿਹੜੇ ਕੇਸਿਸ ਨੇ ਉਹ ਅਜੇ ਤੱਕ ਹੈਂਡਓਵਰ ਨਹੀਂ ਕੀਤੇ ਗਏ CBI ਦੇ ਵੱਲੋਂ। ਤੇ ਇਸ ਵਿਚਾਲੇ ਕਿ ਵਾਕਈ ਇਸ ਤਰੀਕੇ ਦੇ ਨਾਲ ਜੋ ਜ਼ਿਕਰ ਕਰ ਰਹੀ ਹੈ CBI, ਜੋ ਆਪਣੀ ਪਟੀਸ਼ਨ ਦੇ ਵਿੱਚ ਕਹਿ ਰਹੀ ਹੈ ਕਿ ਅਸੀਂ ਤਾਂ ਕੋਈ ਕੇਸ ਵਾਪਸ ਨਹੀਂ ਕੀਤਾ ਤੇ ਦੋ ਏਜੰਸੀਆਂ ਇੱਕੋ ਮਾਮਲੇ ਦੀ ਜਾਂਚ ਕਿਵੇਂ ਕਰ ਸਕਦੀਆਂ ਨੇ, ਇੱਕ ਵੱਡਾ ਸਵਾਲ ਜ਼ਰੂਰ ਹੈ। ਪਰ ਪੰਕਜ, ਦੂਜੇ ਪਾਸੇ ਕਿਉਂਕਿ ਲੋਕ ਤਾਂ ਇਹ ਚਾਹੁੰਦੇ ਨੇ, ਸਿੱਖ ਸੰਗਤ ਇਹ ਚਾਹੁੰਦੀ ਹੈ, ਸੰਗਤ ਇਹ ਚਾਹੁੰਦੀ ਹੈ ਕਿ ਇਨਸਾਫ ਜਲਦ ਤੋਂ ਜਲਦ ਕੀਤਾ ਜਾਵੇ, ਪਰ ਇਨਸਾਫ 'ਚ ਤਾਂ ਦੇਰ ਹੋ ਰਹੀ ਹੈ। ਪਰ ਕਿਤੇ ਨਾ ਕਿਤੇ ਜਿਸ ਤਰੀਕੇ ਨਾਲ ਪਟੀਸ਼ਨਾਂ ਜਾਂ ਕਹੀਏ ਕਿ ਅਦਾਲਤਾਂ ਦੇ ਚੱਕਰ ਤੇ ਸਵਾਲ ਤਾਂ ਹਰ ਕੋਈ ਚੁੱਕ ਰਿਹਾ ਕਿ ਆਖਿਰ ਕਦੋਂ ਇਨਸਾਫ ਮਿਲੇਗਾ, ਕਦੋਂ ਇਸ ਪੂਰੇ ਮਾਮਲੇ ਦੇ ਜਿਹੜੇ ਤੱਥ ਨੇ ਉਹ ਨਿਕਲ ਕੇ ਸਾਹਮਣੇ ਆਏਂਗੇ ਕਿ ਆਖਿਰ ਕੌਣ ਸੀ ਉਸ ਦੇ ਪਿੱਛੇ ਜੋ ਸਰੂਪ ਚੋਰੀ ਕੀਤਾ ਗਿਆ ਜਾਂ ਫਿਰ ਜੋ ਬੇਅਦਬੀ ਕੀਤੀ ਗਈ। ਬਿਲਕੁਲ ਗੌਰਵ, ਕਿਉਂਕਿ ਪਿਛਲੇ ਅਗਰ 3 ਸਾਲਾਂ 'ਚ ਝਾਤ ਮਾਰੀਏ ਤਾਂ 3 ਵਾਰ ਚੁਕਾਉਣ ਵਾਲੇ ਫੈਸਲੇ ਜਿਹੜੇ ਉਹ ਸਾਹਮਣੇ ਆਏ। ਇੱਕ ਤਾਂ ਜੇਲ੍ਹ ਦੇ ਵਿੱਚ ਜੋ ਮੁੱਖ ਦੋਸ਼ੀ ਸੀਗਾ, ਜਿਸ ਦੇ ਉੱਤੇ ਲਗਾਤਾਰ ਕੇਸ ਚੱਲ ਰਿਹਾ ਸੀਗਾ, ਜਿਸ ਨੂੰ ਇਸ ਪੂਰੇ ਮਾਮਲੇ ਦਾ ਮਾਸਟਰਮਾਈਂਡ ਕਿਹਾ ਜਾਂਦਾ ਹੈ, ਉਸ ਨੂੰ ਮਾਰ ਦਿੱਤਾ ਜਾਂਦਾ ਔਰ ਇਹ ਕਿਹਾ ਜਾਂਦਾ ਹੈ ਕਿ ਉਸ ਨੂੰ ਮਾਰਨ ਦੇ ਪਿੱਛੇ ਕਈ ਸਾਰੀਆਂ ਤਾਕਤਾਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਸੀਗੀਆਂ। ਔਰ ਉਸ ਤੋਂ ਬਾਅਦ ਇੱਕ ਇਹ ਮਸਲਾ ਸਾਹਮਣੇ ਆਉਂਦਾ ਹੈ ਕਿ CBI ਕਲੋਜ਼ਰ ਰਿਪੋਰਟ ਜਿਹੜੀ ਹੈ ਉਹ ਸੌਂਪ ਦਿੰਦੀ ਹੈ, ਲੇਕਿਨ ਕਈ ਸਾਰੀਆਂ ਪੰਜਾਬੀ ਸਿਆਸੀ ਪਾਰਟੀਆਂ ਨੂੰ ਇਸ ਗੱਲ ਤੇ ਇਤਰਾਜ਼ ਸੀਗਾ। ਔਰ ਉਸ ਤੋਂ ਬਾਅਦ ਸੁਪਰੀਮ ਕੋਰਟ ਜਦੋਂ ਮਸਲਾ ਪਹੁੰਚਿਆ ਤਾਂ ਫਿਰ ਪੰਜਾਬ ਸਰਕਾਰ ਨੇ ਇੱਕ ਵਾਰ ਫਿਰ SIT ਨੇ ਆਪਣੇ ਹੱਥ ਦੇ ਵਿੱਚ ਕੇਸ ਲਿਆ ਔਰ ਹੁਣ ਕੁਝ ਤਸਵੀਰ ਸਾਫ਼ ਹੁੰਦੀ ਹੋਈ ਪਿਛਲੇ ਦਿਨਾਂ 'ਚ ਨਜ਼ਰ ਆ ਰਹੀ ਸੀਗੀ, ਕਿਉਂਕਿ ਜਸਟਿਸ ਰਣਜੀਤ ਸਿੰਘ ਹੋਰਾਂ ਨੇ ਜੋ ਰਿਪੋਰਟ ਜਿਹੜੀ ਹੈ, ਜੋ ਕਮਿਸ਼ਨ ਬਣਿਆ ਸੀਗਾ, ਉਹਨਾਂ ਨੇ ਜੋ ਆਪਣੀ ਰਿਪੋਰਟ ਸੌਂਪੀ ਸੀਗੀ, ਉਸੇ ਦੇ ਆਧਾਰ ਤੇ ਜਸਟਿਸ ਰਣਜੀਤ ਸਿੰਘ ਹੋਰਾਂ ਨੇ ਵੀ ਦੱਸਿਆ ਸੀਗਾ ਕਿ ਖਟੜਾ ਕਮੇਟੀ ਜਿਹੜੀ ਹੈ ਉਹ ਕੰਮ ਕਰ ਰਹੀ ਹੈ ਔਰ ਇਸੇ ਵਜ੍ਹਾ ਕਰਕੇ ਰਾਮ ਰਹੀਮ ਦਾ ਵੀ ਨਾਮ ਸਾਹਮਣੇ ਆਉਂਦਾ। ਲੇਕਿਨ ਸਵਾਲ ਇਸ ਵੇਲੇ ਇਸ ਕਰਕੇ ਵੀ ਖੜਾ ਹੁੰਦਾ ਹੈ ਕਿ ਜੋ ਟਾਈਮਿੰਗ ਹੈ CBI ਦੀ ਮੋਹਾਲੀ ਕੋਰਟ ਦੇ ਵਿੱਚ ਜਾਣਾ, ਉਹ 7 ਤਰੀਕ ਹੈ, 7 ਜੁਲਾਈ, ਯਾਨੀ ਕਿ 6 ਜੁਲਾਈ ਨੂੰ ਰਾਮ ਰਹੀਮ ਦਾ ਨਾਮ ਸਾਹਮਣੇ ਆਉਂਦਾ ਔਰ ਉਸ ਤੋਂ ਬਾਅਦ CBI ਜਿਹੜੀ ਹੈ, ਕਿਉਂਕਿ CBI 1 ਸਾਲ ਤੋਂ ਕੋਈ ਵੀ ਇਸ ਪੂਰੇ ਮਾਮਲੇ ਤੇ ਕੋਈ ਰਿਐਕਸ਼ਨ ਕਿਤੇ ਵੀ ਠੀਕ ਹੈ। ਪੰਕਜ, ਮੈਂ ਤੁਹਾਨੂੰ ਵਿਚਾਲੇ ਰੋਕਣਾ ਚਾਹੂੰਗਾ। ਇਸ ਸਮੇਂ ਸਾਡੇ ਨਾਲ ਵਿਰਸਾ ਸਿੰਘ ਵਲਟੋਹਾ ਜੀ ਜੁੜੇ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਤੋਂ। ਵਲਟੋਹਾ ਸਾਹਿਬ, ਕੇਸ CBI ਦੇ ਕੋਲੋਂ ਵਾਪਸ ਨਹੀਂ ਆਏ, ਜਿਹੜੇ 3 ਵੱਖ-ਵੱਖ FIR ਹੋਈਆਂ ਨੇ। CBI ਨੇ ਜਿਹੜੀ ਪਟੀਸ਼ਨ ਦਾਖਲ ਕੀਤੀ 7 ਤਰੀਕ ਨੂੰ, ਉਸ ਦੇ ਵਿੱਚ ਬਹੁਤ ਕਲੀਅਰ ਲਿਖਿਆ ਕਿ ਅਸੀਂ ਤਾਂ ਹੈਂਡਓਵਰ ਨਹੀਂ ਕੀਤਾ। ਤੇ ਹੁਣ ਕਾਂਗਰਸ ਇਲਜ਼ਾਮ ਲਗਾ ਰਹੀ ਹੈ, ਕੈਬਨਿਟ ਮੰਤਰੀ ਰੰਧਾਵਾ ਕਹਿ ਰਹੇ ਨੇ ਕਿ ਅਕਾਲੀ ਦਲ ਇਸ ਦੇ ਪਿੱਛੇ ਹੈ, ਅਕਾਲੀ ਦਲ CBI ਨੂੰ ਅੱਗੇ ਕਰ ਦਿੰਦਾ ਹੈ ਹਮੇਸ਼ਾ। 6 ਤਰੀਕ ਨੂੰ ਰਾਮ ਰਹੀਮ ਦੇ ਨਾਮ ਦਾ ਖੁਲਾਸਾ ਹੋਇਆ, 7 ਤਰੀਕ ਨੂੰ ਪਟੀਸ਼ਨ ਦਾਖਲ ਕਰ ਦਿੱਤੀ ਗਈ। ਟਾਈਮਿੰਗ ਤੇ ਵੀ ਸਵਾਲ ਕਾਂਗਰਸ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ। ਦੇਖੋ, CBI ਦੇ ਉੱਤੇ ਸਾਨੂੰ ਵੀ ਗਿਲਾਇਆ ਕਿ ਜੇ CBI ਕੋਲੇ ਏਡੇ ਸੀਰੀਅਸ ਮੈਟਰ ਦੀ, ਏਡੀਆਂ ਗੰਭੀਰ ਮਸਲੇ ਦੀ ਔਰ ਜਿਹਨੇ ਸਮੁੱਚੀ ਮਾਨਵਤਾ ਨੂੰ ਹਿਲਾ ਕੇ ਰੱਖ ਦਿੱਤਾ, ਜਿਹਨੇ ਹਰੇਕ ਨੂੰ ਪੀੜਾ ਦਿੱਤੀ, ਖਾਸ ਕਰਕੇ ਸਿੱਖਾਂ ਨੂੰ, ਏਡਾ ਗੰਭੀਰ ਮਸਲੇ ਦੀ ਉਹਨਾਂ ਨੂੰ ਇਨਕੁਆਇਰੀ ਦਿੱਤੀ ਹੋਵੇ, ਭਾਵੇਂ ਉਹਨਾਂ ਨੇ 100 ਕੋਸ਼ਿਸ਼ਾਂ ਕੀਤੀਆਂ, ਉਹਨਾਂ ਪਰ ਨਤੀਜਾ ਕੀ ਕੱਢਿਆ? ਲੰਬਾ ਸਮਾਂ ਹੋ ਗਿਆ, ਲਗਭਗ 5 ਸਾਲ ਹੋਣ ਵਾਲੇ ਆ ਉਹਨਾਂ ਕੋਲ ਇਨਕੁਆਇਰੀ ਨੂੰ, ਔਰ ਇੱਥੋਂ ਤੱਕ CBI ਨੇ ਕਲੋਜ਼ਰ ਰਿਪੋਰਟ ਵੀ ਪੇਸ਼ ਕਰ ਦਿੱਤੀ ਸੀ। ਤੇ ਅਸੀਂ ਕਲੋਜ਼ਰ ਰਿਪੋਰਟ ਦਾ ਸ਼੍ਰੋਮਣੀ ਅਕਾਲੀ ਦਲ ਨੇ ਵਿਰੋਧ ਵੀ ਕੀਤਾ ਸੀ ਕਿ CBI ਨੂੰ ਅਜਿਹਾ ਨਹੀਂ ਕਰਨਾ ਚਾਹੀਦਾ, ਅਜਿਹਾ ਸਵੀਕਾਰ ਨਹੀਂ ਕਰਾਂਗੇ। ਉਸ ਸਮੇਂ ਅਸੀਂ ਵਿਰੋਧ ਕੀਤਾ ਸੀ, ਪਰ ਜਿਹੜੀ ਜਿਸ ਤਰ੍ਹਾਂ ਦੀ ਜੇ ਅੱਜ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਪਰਤਾਂ ਖੋਲੀਆਂ ਨੇ ਔਰ ਕੇਸ ਨੂੰ ਨੰਗਿਆ ਕੀਤਾ ਆ, ਹਾਂਜੀ, ਉਹਦੇ ਪਿੱਛੇ ਉਹਨਾਂ ਕੋਲੇ ਸਾਰੀ ਜਿਹੜੀ ਹੈ ਜਾਂਚ ਆਈ ਹੋਊਗੀ। ਤੇ CBI ਵੱਲੋਂ ਇਹ ਕਹਿਣਾ ਕਿ ਕੇਸ ਸਾਡੇ ਕੋਲੇ ਹੈ, ਭਾਵੇਂ ਉਹਨਾਂ ਕੋਲੇ ਹੋਵੇ ਵੀ, ਜੇ ਉਹਨਾਂ ਕੋਲੇ ਹੈ ਤੇ ਵਲਟੋਹਾ ਸਾਹਿਬ, ਤੁਹਾਨੂੰ ਲੱਗਦਾ ਹੈ ਕਿ ਨਹੀਂ, ਕਿਉਂਕਿ ਤੁਸੀਂ ਕੇਂਦਰ 'ਚ ਵੀ ਭਾਈਵਾਲ ਹੋ ਕਿ ਕੇਂਦਰ ਸਰਕਾਰ ਤੱਕ ਪਹੁੰਚ ਕੀਤੀ ਜਾਵੇ ਕਿ CBI ਨੂੰ ਕਿਹਾ ਜਾਵੇ, ਬੇਸ਼ੱਕ CBI ਇੱਕ ਇੰਡੀਪੈਂਡੈਂਟ ਬਾਡੀ ਹੈਗੀ, ਏਜੰਸੀ ਹੈਗੀ ਹੈ, ਪਰ ਮੈਂ ਇਹ ਵੀ ਇੱਕ ਛੋਟੀ ਚੀਜ਼ ਤੁਹਾਡੇ ਤੋਂ ਸਮਝਣਾ ਚਾਹਾਂਗਾ, ਤੁਹਾਨੂੰ ਲੱਗਦਾ ਹੈ ਕਿ SIT ਸਹੀ ਦਿਸ਼ਾ 'ਚ ਕੰਮ ਕਰ ਰਹੀ ਹੈ ਇਸ ਸਮੇਂ ਜਿਸ ਤਰੀਕੇ ਨਾਲ ਜਾਂਚ ਹੋ ਰਹੀ ਹੈ, ਕਿ SIT ਹੀ ਅੱਗੇ ਕੰਮ ਨੂੰ ਵਧਾਵੇ, ਜਾਂਚ ਨੂੰ ਅੱਗੇ ਵਧਾਵੇ? ਦੇਖੋ, ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਜਿਸ ਤਰ੍ਹਾਂ ਦਾ ਪ੍ਰਗਟਾਵੇ ਕੀਤੇ ਹੈ, ਤੇ ਇਹ 'ਚ ਕੋਈ ਦੁਰਾਵਾ ਵੀ ਨਹੀਂ ਕਿ ਜਿਹੜਾ ਝੂਠਾ ਸਾਧ ਹੈ, ਡੇਰਾ ਸਿਰਸਾ ਆ, ਉਹ ਸਿੱਖਾਂ ਦੇ ਵਿਰੋਧੀ ਰਿਹਾ ਹੈ ਔਰ ਉਹਨਾਂ ਨੇ ਗੁਰੂ ਸਾਹਿਬਾਨ ਦੀ ਬਰਾਬਰਤਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਜਿਸ ਤਰ੍ਹਾਂ ਦੇ
ਉਹ ਆਣ ਕੇ ਵਿਰੋਧ 'ਚ ਖੜੋਤਾ ਸੀਗਾ ਤੇ ਇਹ ਇਸ ਗੱਲ ਦੀ ਸੰਭਾਵਨਾ ਨਹੀਂ, ਇੱਕ ਤਰ੍ਹਾਂ ਦੀ ਪੱਕਾ ਸਾਡੇ ਵਰਗਿਆਂ ਨੂੰ ਸ਼ੱਕ ਹੀ ਨਹੀਂ, ਇੱਕ ਤਰ੍ਹਾਂ ਦਾ ਮਤਲਬ ਕਹਿ ਸਕਦੇ ਕਿ ਪੱਕੇ ਤੌਰ ਤੇ ਹੈ ਕਿ ਇਹਦੇ ਪਿੱਛੇ ਉਹੀ ਹੋਊਗਾ। ਇਸ ਕਰਕੇ ਜਾਂਚ ਤਾਂ ਕੀਤੀ ਹੈ ਇਨਵੈਸਟੀਗੇਸ਼ਨ ਟੀਮ ਨੇ, ਠੀਕ ਹੈ ਜੀ, ਉਹਦੇ ਵਿੱਚ ਕੀ ਹੈ ਕੀ ਨਹੀਂ ਹੈ ਤੇ ਠੀਕ ਹੈ। ਐਸਆਈਟੀ ਜਾਂਚ ਅੱਗੇ ਵਧਾ ਰੱਖੀ ਹੈ। ਵਲਟੋਆ ਸਾਹਿਬ ਮਾਫੀ ਚਾਹੂੰਗਾ ਵਿਚਾਲੇ ਰੋਕ ਰਹੇ ਹਾਂ, ਸ਼ੁਕਰੀਆ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਖੈਰ ਸੀਬੀਆਈ ਆਪਣੇ ਤਰਕ ਲੈ ਕੇ ਪਹੁੰਚੀ ਹੋਈ ਹੈ ਅਦਾਲਤ, ਦੇਖਣਾ ਹੋਵੇਗਾ 10 ਜੁਲਾਈ ਨੂੰ ਯਾਨੀ ਕਿ ਕੱਲ ਇਸ ਪੂਰੇ ਮਾਮਲੇ ਦੇ ਵਿੱਚ ਕੀ ਕੁਝ ਤੱਥ ਨਿਕਲ ਕੇ ਸਾਹਮਣੇ ਆਉਂਦੇ ਨੇ। ਫਿਲਹਾਲ ਇਜਾਜ਼ਤ ਦਿਓ, ਧੰਨਵਾਦ।